BN ਓਵਰਸੀਜ਼ ਐਜੂਕੇਸ਼ਨ ਸਰਵਿਸਿਜ਼ ਪਿਛਲੇ 27 ਸਾਲਾਂ ਤੋਂ ਭਾਰਤੀ ਵਿਦਿਆਰਥੀਆਂ ਦਾ ਮਾਰਗਦਰਸ਼ਕ ਕਰ ਰਹੀ ਹੈ। ਹੁਣ ਤੱਕ ਅਨੇਕਾਂ ਵਿਦਿਆਰਥੀਆਂ ਨੂੰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਦਾਖਲਾ ਦਵਾ ਕੇ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾ ਚੁੱਕੀ ਹੈ। ਸੰਸਥਾ ਵੱਲੋਂ ਇੱਕ ਮੈਗਾ ਸੈਮੀਨਾਰ 17 ਤਾਰੀਖ ਤੋਂ 21 ਅਪ੍ਰੈਲ ਤੱਕ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਇਆ ਜਾ ਰਿਹਾ ਹੈ। ਅੱਜ 20 ਅਪ੍ਰੈਲ ਨੂੰ BN ਓਵਰਸੀਜ਼ ਦੇ ਅਹਿਮਦਗੜ੍ਹ ਦਫ਼ਤਰ ਵਿੱਚ ਇਹ ਸੈਮੀਨਾਰ ਕਰਵਾਇਆ ਗਿਆ। BN ਓਵਰਸੀਜ਼ ਦੇ CMD ਐਡਵੋਕੇਟ ਕਮਲ ਕੁਮਾਰ ਭੁੰਬਲਾ ਵਿਸ਼ੇਸ਼ ਰੂਪ ਵਿੱਚ ਇਸ ਸੈਮੀਨਾਰ ਵਿੱਚ ਪੁੱਜੇ। ਸਾਡੀ ਟੀਮ ਨੇ ਉਹਨਾਂ ਨਾਲ ਗੱਲਬਾਤ ਕੀਤੀ। ਇਹ ਵੀਡੀਓ ਉਹਨਾਂ ਵਿਦਿਆਰਥੀਆਂ ਤੇ ਮਾਪਿਆਂ ਲਈ ਬਹੁਤ ਸਹਾਈ ਹੋਵੇਗੀ ਜੋ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ। ਆਓ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਅਤੇ ਜਾਣਦੇ ਹਾਂ ਉਹਨਾਂ ਦੇ ਵਿਚਾਰ। ਮੈਂ ਕਮਲ ਅਰੋੜਾ ਆਪਣੇ ਫੇਸਬੁੱਕ ਪੇਜ ਤੇ ਆਪ ਸਭ ਦਾ ਸਵਾਗਤ ਕਰਦਾ। ਤੁਸੀਂ ਦੇਖ ਰਹੇ ਹੋ ਅਹਿਮਦਗੜ੍ਹ ਨਿਊਜ਼। ਅੱਜ ਅਸੀਂ ਇੱਕ ਬਹੁਤ ਹੀ ਪੁਰਾਣੀ ਫਰਮ BN ਓਵਰਸੀਜ਼ ਦੇ ਆਫਿਸ ਦੇ ਵਿੱਚ ਆਏ ਹੋਏ ਹਾਂ। BN ਓਵਰਸੀਜ਼ ਜੋ ਕਿ ਲਗਭਗ ਪਿਛਲੇ 27 ਸਾਲਾਂ ਤੋਂ ਇਮੀਗ੍ਰੇਸ਼ਨ ਦੇ ਖੇਤਰ ਦੇ ਵਿੱਚ ਲਗਾਤਾਰ ਕੰਮ ਕਰ ਰਹੀ ਹੈ ਤੇ ਹਜ਼ਾਰਾਂ ਲੱਖਾਂ ਵਿਦਿਆਰਥੀਆਂ ਨੂੰ ਸਟੱਡੀ ਬੇਸ ਦੇ ਉੱਤੇ ਇਹ ਬਾਹਰ ਭੇਜ ਚੁੱਕੀ ਆ ਤੇ ਉਹਨਾਂ ਦਾ ਸੁਨਹਿਰਾ ਭਵਿੱਖ ਆ ਜਿਹੜਾ ਉਹ ਬਣਾ ਚੁੱਕੀ ਆ। ਇਸ ਤੋਂ ਇਲਾਵਾ ਸਟੱਡੀ ਵੀਜ਼ੇ ਤੋਂ ਇਲਾਵਾ ਇਹ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਉਹ ਸਾਰੇ ਵੀਜ਼ੇ ਵੀ ਇਹ ਲਗਵਾਉਂਦੇ ਨੇ। ਇਹਨਾਂ ਦੇ ਲਗਾਤਾਰ ਸੈਮੀਨਾਰ ਚੱਲ ਰਹੇ ਨੇ। ਅਹਿਮਦਗੜ੍ਹ ਦੇ ਵਿੱਚ ਇਹਨਾਂ ਦਾ ਆਫਿਸ ਆ। ਇੱਥੇ ਵੀ ਅੱਜ ਜਿਹੜਾ 20 ਤਰੀਕ ਨੂੰ ਸੈਮੀਨਾਰ ਹੋਇਆ ਤੇ ਐਡਵੋਕੇਟ ਕਮਲ ਕੁਮਾਰ ਭੁੰਬਲਾ ਜੀ ਜੋ ਇਸ ਫਰਮ ਦੇ CMD ਨੇ ਉਹ ਚੇਚੇ ਤੌਰ 'ਤੇ ਇੱਥੇ ਪੁੱਜੇ ਨੇ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਇੱਥੇ ਆਏ ਹਾਂ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਉਹਨਾਂ ਦਾ, ਸਟੂਡੈਂਟਾਂ ਨੂੰ ਕੀ ਸਲਾਹ ਦਿੰਦੇ ਨੇ, ਉਹ ਕੀ ਕਰਕੇ ਜਾਣਾ ਚਾਹੀਦਾ। ਇਹ ਸਾਰੀਆਂ ਗੱਲਾਂ ਆਪਾਂ ਕਮਲ ਕੁਮਾਰ ਜੀ ਨਾਲ ਕਰਦੇ ਹਾਂ। ਸਭ ਤੋਂ ਪਹਿਲਾਂ ਸਰ ਅਸੀਂ ਚਾਹਾਂਗੇ ਤੁਸੀਂ ਆਪਣੀ ਫਰਮ ਦਾ ਸਾਨੂੰ ਫਰਮ ਬਾਰੇ ਕੁਝ ਦੱਸੋ। ਅਰੋੜਾ ਜੀ, BN ਓਵਰਸੀਜ਼ ਜਿਹਦੀ ਫੁੱਲ ਫਾਰਮ ਬ੍ਰਹਮਾਨੰਦ ਪੂਰੀ ਵਾਲੇ ਸਵਾਮੀ ਬ੍ਰਹਮਾਨੰਦ ਪੂਰੀ ਵਾਲਿਆਂ ਦੇ ਨਾਂ ਤੋਂ ਇਹ 1996 ਤੋਂ ਸ਼ੁਰੂ ਕੀਤੀ। ਮੈਂ ਆਪਣੀ ਐਜੂਕੇਸ਼ਨ BSc B.Ed ਲਾਅ ਕਰਨ ਤੋਂ ਬਾਅਦ ਇਹ ਪ੍ਰੋਫੈਸ਼ਨ ਦੇ ਵਿੱਚ ਆਇਆ ਵਾਂ ਤੇ ਪਿਛਲੇ 27 ਸਾਲ ਦੇ ਵਿੱਚ ਮੈਨੂੰ ਬਹੁਤ ਅੱਛਾ ਤਜਰਬਾ ਹੋਇਆ ਕਿਉਂਕਿ ਹਿੰਦੁਸਤਾਨ ਇੱਕ ਮਿਡਲ ਕਲਾਸ ਕੰਟਰੀ ਹੈਗਾ ਵਾ ਜਿਸ 'ਚ ਮੈਜੋਰਿਟੀ ਲੋਕਾਂ ਦੀ ਮਿਡਲ ਕਲਾਸ ਦੀ ਹੈਗੀ ਆ। ਮਿਡਲ ਕਲਾਸ ਲੋਕਾਂ ਦੇ ਕੋਲੇ ਨਾ ਤਾਂ ਇੰਡੀਆ ਦੇ ਵਿੱਚ ਕੋਈ ਬੜੀ ਵਧੀਆ ਉਹਨਾਂ ਦੀ ਫਾਈਨੈਂਸ਼ੀਅਲ ਅੰਡਰਸਟੈਂਡਿੰਗ ਹੈਗੀ ਹੈ, ਫਾਈਨੈਂਸ਼ੀਅਲ ਸੈਟਿੰਗ ਹੈਗੀ ਹੈ। ਉਹਨਾਂ ਵਾਸਤੇ ਫੋਰਨ ਐਜੂਕੇਸ਼ਨ ਦਾ ਸਿਸਟਮ ਸਭ ਤੋਂ ਵਧੀਆ ਬਣਦਾ ਹੈਗਾ ਤੇ ਫੋਰਨ ਐਜੂਕੇਸ਼ਨ ਦੇ ਵਿੱਚ ਦੇਖਣ ਵਾਲੀ ਗੱਲ ਹੈ ਕਿ ਕਦੋਂ ਬੱਚੇ ਨੂੰ ਬਾਹਰ ਭੇਜਣਾ ਚਾਹੀਦਾ ਹੈਗਾ। ਮੈਂ ਇੱਕ ਕੰਪੈਰੇਟਿਵ ਸਟੱਡੀ ਕਰਦਾ ਹੁੰਦਾ ਕਦੇ ਕਦੇ ਵੀ ਜੇ 10+2 ਕਰਕੇ ਬੱਚੇ ਨੂੰ ਇੰਡੀਆ ਦੇ ਵਿੱਚ BTech ਕਰਵਾਈ ਜਾਵੇ ਤੇ 4 ਸਾਲ ਦਾ ਟਾਈਮ ਲੱਗੇਗਾ, 10 ਤੋਂ 12 ਲੱਖ ਰੁਪਏ ਦਾ ਖਰਚਾ ਹੋਏਗਾ। ਉਹ ਪਾਰਟ ਟਾਈਮ ਕੰਮ ਨਹੀਂ ਕਰ ਸਕਦਾ। ਜਦੋਂ ਉਹ ਕੋਰਸ ਕੰਪਲੀਟ ਹੋਏਗਾ 10-12,000 15,000 ਦੀ ਨੌਕਰੀ ਕਰੇਗਾ। ਉਹਦੇ ਕੰਪੈਰੇਟਿਵਲੀ ਜੇ 10+2 ਬੱਚੇ ਨੂੰ ਕਿਸੇ ਵੀ ਫੋਰਨ ਕੰਟਰੀ ਦੇ ਵਿੱਚ ਭੇਜਿਆ ਜਾਵੇ, 2 ਸਾਲ ਦੀ ਸਟੱਡੀ ਹੋਏਗੀ, 3 ਸਾਲ ਦਾ ਵਰਕ ਪਰਮਿਟ ਹੋ ਜਾਏਗਾ, 10 ਤੋਂ 15 ਲੱਖ ਰੁਪਏ ਦੇ ਵਿੱਚ ਖਰਚਾ ਹੋਏਗਾ। ਹਰ ਮਹੀਨੇ 70,000 ਤੋਂ ਲੈ ਕੇ ਲੱਖ ਰੁਪਏ ਤੱਕ ਉਹ ਪਾਰਟ ਟਾਈਮ ਕੰਮ ਕਰਦਾ ਕਮਾ ਸਕਦਾ। ਜਦੋਂ ਉਹਦਾ ਕੋਰਸ ਕੰਪਲੀਟ ਹੋ ਜਾਂਦਾ ਤਾਂ 2.5 ਤੋਂ 3 ਲੱਖ ਰੁਪਇਆ ਉਹ ਕਮਾ ਸਕਦਾ ਹੈਗਾ। ਪਰ ਸਾਰਿਆਂ ਨੂੰ ਮੈਂ ਇਹ ਨਹੀਂ ਕਹਾਂਗਾ ਕਿ ਸਾਰੇ ਤੁਸੀਂ ਬਾਹਰ ਚਲੇ ਜਾਓ। ਹਿੰਦੁਸਤਾਨ ਦਾ ਮੈਂ ਸਿਟੀਜ਼ਨ ਹਾਂ, ਸਾਨੂੰ ਜ਼ਰੂਰਤ ਹੈ ਇਸ ਮੁਲਕ ਨੂੰ ਚਲਾਉਣ ਵਾਸਤੇ ਵੀ। ਇਹ ਵੀ ਨਾ ਹੋਵੇ ਕਿ ਬ੍ਰੇਨ ਡਰੇਨ ਹੋ ਜਾਵੇ, ਸਾਰੇ ਬੱਚੇ ਬਾਹਰ ਚਲੇ ਜਾਣ। ਪਰ ਜਿਹੜੇ ਪੇਰੈਂਟਸ ਚੰਗੀ ਪੜ੍ਹਾਈ ਕਰਾ ਸਕਦੇ ਨੇ, ਜਿਨ੍ਹਾਂ ਦੇ ਚੰਗੇ ਬਿਜ਼ਨਸ ਹੈਗੇ ਨੇ, ਉਹਨਾਂ ਨੂੰ ਨਹੀਂ ਕਹਾਂਗਾ ਕਿ ਜਿਹੜੇ ਚੰਗੇ ਡਾਕਟਰ ਇੰਜੀਨੀਅਰ ਬਣ ਸਕਦੇ ਨੇ, IAS PCS ਬਣ ਸਕਦੇ ਨੇ, ਸਿਵਲ ਸਰਵਿਸ ਦੀ ਹੋਰ ਐਗਜ਼ਾਮ ਕਲੀਅਰ ਕਰਕੇ ਚੰਗੀਆਂ ਜੌਬ ਕਰ ਸਕਦੇ ਨੇ, ਉਹਨਾਂ ਨੂੰ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਤੁਸੀਂ ਇੰਡੀਆ ਤੋਂ ਬਾਹਰ ਜਾਓ। ਤੇ BN ਓਵਰਸੀਜ਼ 27 ਸਾਲ ਤੋਂ ਕੰਮ ਕਰ ਰਹੀ ਹੈ। ਕਈ ਹਜ਼ਾਰਾਂ ਵਿਦਿਆਰਥੀਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਤਾ ਤੇ ਅਲੱਗ-ਅਲੱਗ ਸਿਟੀਜ਼ ਦੇ ਵਿੱਚ 250 ਦੇ ਕਰੀਬ ਅਸੀਂ ਯੂਨੀਵਰਸਿਟੀ ਦੇ ਨਾਲ ਕੰਮ ਕਰਦੇ ਹਾਂ। ਜਿਸ ਤਰ੍ਹਾਂ ਤੁਸੀਂ ਸੁਣਿਆ, ਇਹਨਾਂ ਨੇ ਬੜੀ ਵਧੀਆ ਗੱਲ ਕਹੀ। ਇੱਕ ਬੜਾ ਵਧੀਆ ਸੰਦੇਸ਼ ਆ ਕਿ ਜਿਹੜੇ ਬੱਚੇ ਇੰਟੈਲੀਜੈਂਟ ਨੇ ਉਹਨਾਂ ਨੂੰ ਇੱਥੇ ਰਹਿ ਕੇ ਪੜ੍ਹਾਈ ਕਰਨੀ ਚਾਹੀਦੀ ਆ। ਜਿਹੜੇ ਬੱਚੇ ਥੋੜੇ ਜਿਹੇ ਮਿਡਲ 'ਚ ਆ ਜਾਂਦੇ ਨੇ, ਜਿਨ੍ਹਾਂ ਦੀ ਪੜ੍ਹਾਈ ਜਿਨ੍ਹਾਂ ਤੋਂ ਨਹੀਂ ਹੋ ਸਕਦੀ, ਉਹ ਉੱਥੇ ਜਾ ਕੇ ਆਪਣਾ ਵਧੀਆ ਭਵਿੱਖ ਜਿਹੜਾ ਉਹ ਬਣਾ ਸਕਦੇ ਨੇ। ਤੇ ਅੱਜ ਕੱਲ ਮਤਲਬ ਆਪਾਂ ਸੁਣਦੇ ਹਾਂ ਕਿ ਕੈਨੇਡਾ ਦੇ ਵਿੱਚ ਵੀ ਕੰਮਕਾਰ ਦੀ ਘਾਟ ਆ, ਤਾਂ ਕਿਹੜਾ ਦੇਸ਼ ਅੱਜ ਦੇ ਸਮੇਂ ਦੇ ਵਿੱਚ ਜਾਣ ਲਈ ਵਧੀਆ? ਅਰੋੜਾ ਸਾਹਿਬ, ਪਹਿਲਾਂ ਤਾਂ ਇਹ ਗੱਲ ਹੈ ਕਿ ਕੈਨੇਡਾ ਦੇ ਵਿੱਚ ਕੰਮ ਦੀ ਘਾਟ ਨਾ ਹੈਗੀ ਹੈ ਤੇ ਨਾ ਆਵੇਗੀ। ਹਿੰਦੁਸਤਾਨ ਨਾਲੋਂ 6 ਟਾਈਮ ਬਿਗਰ ਹੈ, 6 ਗੁਣਾ ਵੱਡਾ ਕੰਟਰੀ ਹੈ। 3.5-4 ਕਰੋੜ ਦੀ ਆਬਾਦੀ ਹੈ, ਜਿਹੜੀ ਪੰਜਾਬ ਜਿੰਨੀ ਆਬਾਦੀ ਹੈਗੀ ਹੈ। ਉਹਨਾਂ ਨੇ ਆਪਣੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਚੇਂਜ ਕੀਤੀ ਹੈ ਕਿ ਅਸੀਂ 2022, 23, 24 ਜਾਂ 25 ਤੱਕ ਵੀ
ਹਰ ਸਾਲ 5 ਲੱਖ ਬੰਦੇ ਨੂੰ ਪੱਕਾ ਕਰਾਂਗੇ। ਇਟ ਮੀਨਸ ਕੰਮ ਦੀ ਕਮੀ ਨਹੀਂ ਹੈਗੀ ਹੈ। ਉਹਨਾਂ ਨੂੰ ਸਟੂਡੈਂਟ ਪੜ੍ਹਿਆ ਲਿਖਿਆ ਬੱਚਾ ਚਾਹੀਦਾ, ਯੂਥ ਚਾਹੀਦਾ ਹੈਗਾ, ਕਿਉਂਕਿ ਉੱਥੇ ਜਿਹੜੀ 올ਡ ਏਜ ਪਾਪੂਲੇਸ਼ਨ ਹੈ ਬਹੁਤ ਵੱਧਦੀ ਜਾ ਰਹੀ ਹੈ। ਜਿਹੜਾ ਨਵਾਂ ਬੱਚਾ ਜਾਊਗਾ, ਇੱਕ ਤਾਂ ਹਿੰਦੁਸਤਾਨ ਦੀ ਮੈਂ ਗੱਲ ਕਰਾਂ, ਇੰਡੀਆ ਨੂੰ ਉਹ ਸੋਚਦੇ ਕਿ ਇੰਗਲਿਸ਼ ਸਪੀਕਿੰਗ ਕੰਟਰੀ ਹੈਗਾ ਵਾ, ਔਰ ਮੈਨੂੰ ਬਹੁਤ ਸਾਰੀਆਂ ਇੰਟਰਨੈਸ਼ਨਲ ਵਰਕਸ਼ਾਪ ਅਟੈਂਡ ਕਰਨ ਦਾ ਮੌਕਾ ਮਿਲਦਾ ਹੈ। ਉੱਥੇ ਜਾ ਕੇ ਇਹ ਦੇਖਿਆ ਜਾਂਦਾ ਕਿ ਹਿੰਦੁਸਤਾਨ ਨੂੰ ਉਹ ਬਹੁਤ ਲਾਈਕ ਕਰਦੇ ਨੇ। ਕਾਰਨ ਕੀ ਹੈ? ਇੰਗਲਿਸ਼ ਸਪੀਕਿੰਗ ਕੰਟਰੀ, ਅੰਗਰੇਜ਼ੀ ਛੇਤੀ ਸਿੱਖ ਜਾਂਦੇ ਨੇ ਔਰ ਕ੍ਰਾਈਮ ਨਹੀਂ ਕਰਦੇ, ਉੱਥੋਂ ਦੇ ਕਲਚਰ ਵਿੱਚ ਸੈਟਅਪ ਹੋ ਜਾਂਦੇ ਨੇ। ਤੇ ਕੈਨੇਡਾ ਦੇ ਵਿੱਚ ਕੰਮ ਦੀ ਕਮੀ ਨਹੀਂ ਹੈ। ਇਹਦੇ ਨਾਲ ਨਾਲ ਯੂਕੇ ਦੇ ਵਿੱਚ ਬੜੀਆਂ ਅੱਛੀਆਂ ਆਪਸ਼ਨਸ ਹੈਗੀਆਂ ਨੇ, ਆਸਟ੍ਰੇਲੀਆ ਦੇ ਵਿੱਚ ਆਪਸ਼ਨਸ ਹੈਗੀਆਂ ਨੇ, ਨਿਊਜ਼ੀਲੈਂਡ ਦੇ ਵਿੱਚ ਆਪਸ਼ਨਸ ਹੈਗੀਆਂ ਨੇ, ਆਇਰਲੈਂਡ, ਫਰਾਂਸ, ਯੂਰਪ ਦੇ ਵਿੱਚ ਕਾਫੀ ਆਪਸ਼ਨਸ ਹੈਗੀਆਂ ਨੇ। ਡਿਪੈਂਡ ਕਰਦਾ ਬੱਚੇ ਦੀ ਅਕੈਡਮਿਕ ਪ੍ਰੋਫਾਈਲ ਕੀ ਹੈ, ਉਹਦੀ ਫਾਈਨੈਂਸ਼ੀਅਲ ਸਟੇਟਸ ਕੀ ਹੈਗਾ ਵਾ, ਉਹ ਕਿਹੜੇ ਕੰਟਰੀ ਵਾਸਤੇ ਫਿੱਟ ਹੋ ਸਕਦਾ ਵਾ। ਔਰ ਤੁਹਾਡੀ ਗੱਲ ਮੈਂ ਇੱਥੇ ਇਹ ਗੱਲ ਰੁਕਾਂਗਾ ਕਿ ਕੰਮ ਦੀ ਕਮੀ ਨਹੀਂ ਹੈ, ਹਾਲੇ ਕੈਨੇਡਾ ਨੂੰ ਬਹੁਤ ਸਾਰੇ ਲੋਕਾਂ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਸਟੂਡੈਂਟ ਦੀ ਜੋ ਉਹਦੀ ਕੁਆਲੀਫਿਕੇਸ਼ਨ ਆ ਉਹਦੇ ਹਿਸਾਬ ਨਾਲ ਚੋਣ ਕੀਤੀ ਜਾਂਦੀ ਹੈ ਕਿ ਉਸ ਨੂੰ ਕਿਸ ਦੇਸ਼ ਦੇ ਵਿੱਚ ਜਾਣਾ ਚਾਹੀਦਾ ਹੈਗਾ। ਇਹ ਸਾਰੇ ਦੇਸ਼ਾਂ ਨੂੰ ਡੀਲ ਕਰਦੇ ਨੇ। ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਸੁਣਿਆ ਕਿ 250 ਯੂਨੀਵਰਸਿਟੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਅਗਲਾ ਸਵਾਲ ਅਸੀਂ ਤੁਹਾਨੂੰ ਕਰਦੇ ਹਾਂ ਸਰ, ਕਿ ਜਿਹੜੇ ਸਟੂਡੈਂਟ ਨੇ ਉਸ ਨੂੰ ਕੀ ਕਰਕੇ ਜਿੱਥੋਂ ਜਾਣਾ ਚਾਹੀਦਾ ਤਾਂ ਕਿ ਉੱਥੇ ਜਾ ਕੇ ਉਹਨੂੰ ਸਮੱਸਿਆ ਨਾ ਆਵੇ। ਦੋ ਗੱਲਾਂ ਮੈਂ ਬਹੁਤ ਇੰਪੋਰਟੈਂਟ, ਤੁਹਾਡਾ ਕਮਿਊਨੀਕੇਸ਼ਨ ਸਕਿੱਲ ਬਹੁਤ ਅੱਛਾ ਹੋਣਾ ਚਾਹੀਦਾ, ਤੁਹਾਡਾ ਆਇਲਸ ਦਾ ਸਕੋਰ ਅੱਛਾ ਹੋਣਾ ਚਾਹੀਦਾ, ਤੁਸੀਂ ਅੰਗਰੇਜ਼ੀ ਚੰਗੀ ਬੋਲਦੇ ਹੋ, ਕਿਉਂਕਿ ਉੱਥੇ ਜਿਹੜਾ ਲੈਕਚਰ ਡਿਲੀਵਰ ਹੋਣਾ ਉਹ ਵੀ ਇੰਗਲਿਸ਼ ਵਿੱਚ ਹੋਣਾ, ਤੁਸੀਂ ਸੁਣਨਾ ਵੀ ਇੰਗਲਿਸ਼ ਵਿੱਚ ਹੈ, ਤੁਸੀਂ ਅੱਗੇ ਅਸਾਈਨਮੈਂਟ ਵੀ ਇੰਗਲਿਸ਼ ਬਣਾਉਣੀ ਆ। ਸਭ ਤੋਂ ਵੱਡੀ ਜਿਹੜੀ ਵਿੰਡੋ ਹੈਗੀ ਹੈ ਇੰਗਲਿਸ਼ ਸਪੀਕਿੰਗ, ਇੰਗਲਿਸ਼ ਤੁਹਾਡੀ ਬਹੁਤ ਅੱਛੀ ਹੋਣੀ ਚਾਹੀਦੀ ਹੈ। ਦੂਸਰਾ, ਤੁਹਾਡੇ ਕੋਲ ਕੋਈ ਸਕਿੱਲ ਹੋਣਾ ਚਾਹੀਦਾ ਹੈਗਾ। ਸਕਿੱਲ ਹਰ ਤਰ੍ਹਾਂ ਦੇ ਸਕਿੱਲ, ਮੇਰੇ ਕੋਲ ਕਈ ਵਾਰੀ ਸਟੂਡੈਂਟ ਦੇ ਪੇਰੈਂਟਸ ਆਉਂਦੇ, ਜੀ ਮੈਂ ਕਾਰਪੈਂਟਰ ਹਾਂ, ਮੈਂ ਮੈਸਨ ਹਾਂ, ਮੈਂ ਇਲੈਕਟ੍ਰੀਸ਼ੀਅਨ ਹਾਂ। ਮੈਂ ਉਹਨਾਂ ਨੂੰ ਸਲਾਹ ਦਿੰਦਾ ਕਿ ਤੁਸੀਂ ਆਪਣੇ ਬਾਪ ਵਾਲਾ ਕੰਮ ਸਿੱਖ ਲਓ। ਤੁਹਾਡੇ ਹੱਥ ਵਿੱਚ ਸਕਿੱਲ ਹੋਏਗਾ, ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ। ਤੁਹਾਨੂੰ ਡਰਾਈਵਿੰਗ ਆਉਣੀ ਚਾਹੀਦੀ ਹੈ, ਤੁਹਾਡੇ ਕੋਲੇ ਇੰਟਰਨੈਸ਼ਨਲ ਲਾਇਸੈਂਸ ਜਦੋਂ ਵੀਜ਼ਾ ਲੱਗਦਾ ਉਸ ਪੀਰੀਅਡ 'ਚ ਬਣ ਜਾਣਾ ਚਾਹੀਦਾ ਹੈ। ਤੁਹਾਨੂੰ ਕੰਪਿਊਟਰ ਦੀ ਅੱਛੀ ਨੌਲੇਜ ਹੋਣੀ ਚਾਹੀਦੀ ਹੈ, ਤੁਹਾਨੂੰ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ ਕੰਪਿਊਟਰ ਦੇ ਵਿੱਚ। ਔਰ ਕਦੋਂ ਜਾਣਾ ਚਾਹੀਦਾ? ਜਦੋਂ ਤੁਹਾਡੀ +2 ਕੰਪਲੀਟ ਹੁੰਦੀ ਹੈ, ਤੇ ਜੇ ਪੇਰੈਂਟਸ ਦੀ ਕੈਪੈਸਿਟੀ ਹੈਗੀ ਹੈ ਤਾਂ 10+2 ਤੋਂ ਬਾਅਦ ਉਹਨਾਂ ਨੂੰ ਭੇਜ ਦੇਣ, ਜਾਂ ਫਿਰ ਜਦੋਂ ਗ੍ਰੈਜੂਏਸ਼ਨ ਕੰਪਲੀਟ ਹੁੰਦੀ ਹੈ ਉਦੋਂ ਭੇਜ ਦੇਣ। ਔਰ ਇਸ ਪੀਰੀਅਡ ਦੇ ਦੌਰਾਨ ਤੁਸੀਂ ਆਪਣੀ ਇੰਗਲਿਸ਼ ਵਧੀਆ ਕਰਨੀ ਹੈ। ਮੈਂ ਤਾਂ ਜਿਹੜਾ ਬੱਚਾ 8ਵੀਂ 'ਚ ਪੜ੍ਹਦਾ ਜਾਂ 7ਵੀਂ 'ਚ ਪੜ੍ਹਦਾ, ਉਹਨੂੰ ਇਹ ਕਹਿੰਦਾ ਵੀ ਜੇ ਤੇਰਾ ਸੁਪਨਾ ਬਾਹਰ ਜਾਣ ਦਾ ਹੈ ਤੇ ਤੈਨੂੰ ਆਪਣੀ ਇੰਗਲਿਸ਼ ਸਕਿੱਲ ਬੜੀਆਂ ਅੱਛੀਆਂ ਕਰਨੀਆਂ ਚਾਹੀਦੀਆਂ ਨੇ। ਇੰਗਲਿਸ਼ ਸਕਿੱਲ ਅੱਛੀ ਹੋਏਗੀ, ਹੱਥ ਵਿੱਚ ਕੋਈ ਹੁਨਰ ਹੋਏਗਾ, ਡਰਾਈਵਿੰਗ ਕਰ ਸਕਦੇ ਹੋ, ਕੰਪਿਊਟਰ ਚਲਾ ਸਕਦੇ ਹੋ, ਤੇ ਤੁਹਾਡੇ ਵਾਸਤੇ ਕੋਈ ਮੁਸੀਬਤ ਨਹੀਂ ਆਏਗੀ। ਬਹੁਤ ਹੀ ਵਧੀਆ ਗੱਲ ਇਹਨਾਂ ਨੇ ਕਹੀ। ਸ਼ਾਇਦ ਮੈਂ ਕਿਸੇ ਦੇ ਮੂੰਹੋਂ ਇਹ ਗੱਲ ਪਹਿਲਾਂ ਨਹੀਂ ਸੁਣੀ। ਇਹ ਮੇਰਾ ਖੁਦ ਦਾ ਵੀ ਓਪੀਨੀਅਨ ਆ, ਮੇਰਾ ਖੁਦ ਦਾ ਵੀ ਤਜਰਬਾ, ਕਿਉਂਕਿ ਮੈਂ ਵੀ ਉੱਥੇ ਜਾ ਕੇ ਆਇਆ ਕੈਨੇਡਾ ਦੇ ਵਿੱਚ। ਇਹਨਾਂ ਨੇ ਬਹੁਤ ਵਧੀਆ ਗੱਲ ਕਹੀ ਕਿ ਜਦੋਂ ਤੁਸੀਂ ਆਪਣੇ ਬੱਚੇ ਨੂੰ ਬਾਹਰ ਭੇਜਣ ਦਾ ਇੱਕ ਸੁਪਨਾ ਲੈ ਲਿਆ ਕਿ ਮੈਂ +2 ਤੋਂ ਬਾਅਦ ਜਾਂ ਇਹਦੀ ਕੋਈ ਵੀ ਪੜ੍ਹਾਈ ਤੋਂ ਬਾਅਦ ਇਹਨੂੰ ਬਾਹਰ ਭੇਜਣਾ, ਤਾਂ ਉਸ ਨੂੰ ਲਗਭਗ 2 ਸਾਲ ਪਹਿਲਾਂ ਉਹਨੂੰ ਕੋਈ ਹੱਥ ਵਾਲੇ ਕੰਮ ਦੇ ਵਿੱਚ ਪਾ ਦਿਓ ਤਾਂ ਕਿ ਉਹ ਆਪਣਾ ਹੱਥ ਦਾ ਹੁਨਰ ਸਿੱਖ ਕੇ ਇੱਥੋਂ ਜਾਵੇ, ਕਿਉਂਕਿ ਉੱਥੇ ਇਸ ਹੱਥ ਦੇ ਕੰਮ ਦੀ ਬਹੁਤ ਜ਼ਿਆਦਾ ਵੈਲਿਊ ਆ। ਨਹੀਂ ਤਾਂ ਅਕਸਰ ਬੱਚੇ +2 ਕਰਕੇ ਜਾਂਦੇ ਨੇ, ਉਹਨਾਂ ਦੇ ਕੋਲੇ ਕੋਈ ਹੱਥ ਦਾ ਹੁਨਰ ਨਹੀਂ ਹੁੰਦਾ, ਫਿਰ ਉਹਨਾਂ ਨੂੰ ਉਹੀ ਹੋਟਲਾਂ ਦੇ ਵਿੱਚ ਆਪਾਂ ਨੂੰ ਜੋਬ ਵਗੈਰਾ ਲੱਭਣੀਆਂ ਪੈਂਦੀਆਂ ਨੇ, ਜਿਹੜੀਆਂ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਉੱਥੇ ਮੁਸ਼ਕਲ ਪੇਸ਼ ਆ ਰਹੀ ਆ। ਅਗਲਾ ਸਵਾਲ ਅਸੀਂ ਤੁਹਾਨੂੰ ਪੁੱਛਾਂਗੇ ਜੀ ਕਿ ਵਿਦੇਸ਼ ਜਾਣ ਦੇ ਕੀ ਫਾਇਦੇ ਨੇ, ਕੀ ਲਾਭ ਨੇ ਸਾਨੂੰ ਵਿਦੇਸ਼ ਜਾਣ ਦੇ, ਅਸੀਂ ਇੱਥੇ ਰਹਿ ਕੇ ਕਿਉਂ ਪੜ੍ਹਾਈ ਨਹੀਂ ਕਰਦੇ? ਬਿਲਕੁਲ ਠੀਕ ਹੈ। ਪਹਿਲੀ ਗੱਲ, ਸਾਡੇ ਕੋਲੇ ਇੰਨਾ ਵੱਡਾ ਇਨਫਰਾਸਟ੍ਰਕਚਰ ਨਹੀਂ ਹੈਗਾ ਕਿ ਅਸੀਂ ਆਪਣੇ ਹਰ ਬੱਚੇ ਨੂੰ ਐਜੂਕੇਸ਼ਨ ਦੇ ਸਕੀਏ। ਸੈਕੰਡ, ਮਿਡਲ ਕਲਾਸ ਫੈਮਿਲੀ ਦਾ ਬੱਚਾ ਹੈਗਾ ਵਾ, ਇੱਥੇ ਜੇ ਬੀਟੈਕ ਵੀ ਕਰ ਲੂਗਾ ਤਾਂ ਵੀ 10, 12, 15 ਹਜ਼ਾਰ ਦੀ ਨੌਕਰੀ ਕਰੂਗਾ। ਫਿਰ ਦੁਬਾਰਾ ਗੱਲ ਕਰਾਂਗਾ, ਜੇ ਤੁਸੀਂ IIT ਇੰਜੀਨੀਅਰਿੰਗ ਕਰ ਸਕਦੇ ਹੋ, ਤੁਸੀਂ ਡਾਕਟਰ ਬਣ ਸਕਦੇ ਹੋ, ਤੁਸੀਂ IAS PCS ਬਣ ਸਕਦੇ ਹੋ, ਤੁਸੀਂ CA ਬਣ ਸਕਦੇ ਹੋ, ਤੇ ਤੁਹਾਨੂੰ ਵਿਦੇਸ਼ ਨਹੀਂ ਜਾਣਾ ਚਾਹੀਦਾ। ਮਿਡਲ ਕਲਾਸ ਲੋਕਾਂ ਕੋਲ ਆਪਸ਼ਨ ਕੋਈ ਨਹੀਂ ਹੈਗੀ ਹੈ। ਬਾਪ ਦੀ ਲਿਮਟਿਡ ਇਨਕਮ ਹੈਗੀ ਹੈ, ਲਿਮਟਿਡ ਸੋਰਸਸ ਹੈਗੇ ਨੇ। ਕਈ ਵਾਰੀ ਬੱਚੇ ਜਾਂਦੇ ਨੇ, ਮੈਂ ਉਹਨਾਂ ਦੇ, ਇੱਕ ਕੁੜੀ ਮੇਰੇ ਕੋਲ ਕੰਮ ਕਰਦੀ ਆ, ਮੈਂ ਉਹਨੂੰ ਪੁੱਛਿਆ ਬੇਟਾ ਕੀ ਫਰਕ ਪਿਆ, ਤੇਰਾ ਬ੍ਰਦਰ ਨੂੰ ਅਸੀਂ ਬਾਹਰ ਭੇਜ ਦਿੱਤਾ। ਉਹ ਮੈਨੂੰ ਕਹਿ ਰਹੀ ਹੈ ਕਿ ਸਾਡੀ ਫੈਮਿਲੀ ਦਾ ਸਟੇਟਸ ਅਪ ਹੋ ਗਿਆ, ਲੋਕਾਂ ਦਾ ਸਾਡੇ ਵੱਲ ਨੂੰ ਦੇਖਣ ਦਾ ਨਜ਼ਰੀਆ ਚੇਂਜ ਹੋ ਗਿਆ, ਇਹਨਾਂ ਦਾ ਮੁੰਡਾ ਬਾਹਰ ਗਿਆ ਹੋਇਆ ਹੈ। ਜੇ ਗੱਲ ਫਾਈਨੈਂਸ਼ੀਅਲ ਦੀ ਕਰਾਂ, ਜਦੋਂ ਤੁਸੀਂ 2, 2.5, 3 ਲੱਖ ਰੁਪਏ ਮਹੀਨਾ ਕਮਾ ਲੈਂਦੇ ਹੋ,
ਫਿਰ ਤੁਹਾਡੇ ਕੋਲ ਬਹੁਤ ਅੱਛੀ ਅਰਨਿੰਗ ਹੋ ਜਾਂਦੀ ਹੈ। ਚਾਹੇ ਉਹ ਕਰੰਸੀ ਜਦੋਂ ਕੈਨੇਡਾ ਦੀ ਕਰੰਸੀ ਇੰਡੀਆ 'ਚ ਆ ਕੇ ਕਨਵਰਟ ਹੋਣੀ ਹੈ ਤਾਂ ਹੀ ਉਹਦਾ ਫਰਕ ਪੈਂਦਾ, ਫਾਈਨੈਂਸ਼ੀਅਲ ਸਟੇਟਸ ਚੇਂਜ ਹੋ ਜਾਂਦਾ। ਤੀਸਰੀ ਗੱਲ, ਤੁਹਾਨੂੰ ਇੰਟਰਨੈਸ਼ਨਲ ਐਕਸਪੋਜ਼ਰ ਮਿਲ ਜਾਂਦਾ ਹੈ। ਇੰਡੀਆ ਦੇ ਰੀਤੀ ਰਿਵਾਜ ਕੁਝ ਹੋਰ ਨੇ, ਫਰਾਂਸ ਦੇ ਹੋਰ ਨੇ, ਯੂਰਪ ਦੇ ਹੋਰ ਨੇ, ਕੰਟਰੀਆਂ ਦੇ ਕਿਸੇ ਦੇ ਵੀ, ਮੈਂ ਯੂਕਰੇਨ ਕਰ ਲਵਾਂ ਉਹਦੇ ਹੋਰ ਨੇ, ਆਸਟ੍ਰੇਲੀਆ ਦੇ ਹੋਰ ਨੇ। ਤੁਹਾਨੂੰ ਇੰਟਰਨੈਸ਼ਨਲ ਐਕਸਪੋਜ਼ਰ, ਡਿਫਰੈਂਟ ਕਲਚਰ ਨੂੰ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਂਦਾ ਹੈ। ਦੁਨੀਆ ਦੇ ਵਿੱਚ ਕੰਮ ਕਰਨ ਦੇ ਤਰੀਕੇ ਕੀ ਨੇ, ਬਿਜ਼ਨਸ ਡੀਲ ਕਿੱਦਾਂ ਕੀਤੀ ਜਾਂਦੀ ਹੈ, ਕਿਹੜੀ ਚੀਜ਼ ਕਿੱਥੇ ਜ਼ਿਆਦਾ ਮੈਨੂਫੈਕਚਰਿੰਗ ਹੁੰਦੀ ਹੈ, ਉਹਦੀ ਡਿਮਾਂਡ ਕਿੱਥੇ ਹੈਗੀ ਹੈ। ਸਾਰਿਆਂ ਨੂੰ ਇਹ ਵੀ ਨਹੀਂ ਕਿ ਤੁਸੀਂ ਪੜ੍ਹ ਕੇ ਉੱਥੇ ਸੈਟਲ ਹੋ ਜਾਓ। ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਨੇ ਜਿਹੜੇ ਫੋਰਨ ਤੋਂ ਸਟੱਡੀ ਕਰਕੇ ਆਏ ਨੇ, ਆਪਣੇ ਪੇਰੈਂਟਸ ਦੇ ਬਿਜ਼ਨਸ ਸੈਟਅਪ ਕੀਤੇ ਨੇ, ਬਹੁਤ ਵਧੀਆ ਬਿਜ਼ਨਸ ਕਰ ਗਏ ਨੇ। ਔਰ ਕੁਝ ਬੱਚੇ ਆਸਟ੍ਰੇਲੀਆ ਤੋਂ ਆਏ ਨੇ, ਉਹਨਾਂ ਨੇ ਇੱਥੇ ਆ ਕੇ ਨਵੀਆਂ ਫਰੈਂਚਾਈਜ਼ੀ ਖੋਲੀਆਂ ਨੇ। ਤੁਹਾਨੂੰ ਐਕਸਪੋਜ਼ਰ ਮਿਲ ਜਾਂਦਾ ਜਿਹੜਾ ਤੁਹਾਡੇ ਸ਼ਹਿਰ ਦੇ ਵਿੱਚ, ਤੁਹਾਡੇ ਕੰਟਰੀ ਦੇ ਵਿੱਚ ਬੈਠ ਕੇ ਨਹੀਂ ਮਿਲ ਸਕਦਾ। ਫਿਰ ਤੁਸੀਂ ਪੇਰੈਂਟਸ ਤੋਂ ਦੂਰ ਚਲੇ ਜਾਂਦੇ ਹੋ, ਪੇਰੈਂਟਸ ਤੋਂ ਦੂਰ ਜਾ ਕੇ ਤੁਸੀਂ ਰਿਸਪੌਂਸੀਬਲ ਬਣ ਜਾਂਦੇ ਹੋ, ਤੁਸੀਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਜਾਂਦੇ ਹੋ। ਇੱਥੇ ਗ੍ਰੈਜੂਏਸ਼ਨ ਬੱਚਾ ਕਰ ਲੈਂਦਾ, ਫਿਰ ਵੀ ਉਹ 200 400 500 ਰੁਪਇਆ ਆਪਣੇ ਪੇਰੈਂਟਸ ਤੋਂ ਪੈਟਰੋਲ ਪਾਉਣ ਵਾਸਤੇ ਜਾਂ ਡੀਜ਼ਲ ਪਵਾਉਣ ਵਾਸਤੇ ਮੰਗਦਾ। ਉੱਥੇ ਤੁਸੀਂ ਫਾਈਨੈਂਸ਼ੀਅਲ ਇੰਡੀਪੈਂਡੈਂਟ ਹੋ ਜਾਂਦੇ ਹੋ, ਪੇਰੈਂਟਸ ਨੂੰ ਸਪੋਰਟ ਕਰਨ ਲੱਗ ਜਾਂਦੇ ਹੋ, ਤੁਹਾਡਾ ਸੋਚਣ ਦਾ ਢੰਗ ਬਦਲ ਜਾਂਦਾ। ਇਹ ਅਰੋੜਾ ਸਾਹਿਬ, ਇਹ ਸਾਰੇ ਫਾਇਦੇ ਨੇ ਫੋਰਨ ਜਾਣ ਦੇ। ਬਹੁਤ ਵਧੀਆ ਇਹਨਾਂ ਨੇ ਗੱਲਾਂ ਦੱਸੀਆਂ। ਹੁਣ ਇੱਕ ਅਹਿਮ ਸਵਾਲ ਤੁਹਾਨੂੰ ਪੁੱਛਣਾ ਚਾਹੁੰਦੇ ਆ ਜੀ ਕਿ ਬੱਚਿਆਂ ਨੂੰ ਜ਼ਿਆਦਾ ਨਹੀਂ ਪਤਾ ਹੁੰਦਾ, ਬੱਚੇ +2 ਕਰਦੇ ਨੇ, ਅਕਸਰ ਏਜੰਟਾਂ ਕੋਲੇ ਜਾਂਦੇ ਨੇ ਤੇ ਉਹਨਾਂ ਨੂੰ ਇਹ ਕਹਿੰਦੇ ਨੇ ਜੀ ਬਸ ਮੈਂ ਬਾਹਰ ਜਾਣਾ, ਮੈਨੂੰ ਜਿਸ ਵੀ ਮਰਜ਼ੀ ਕੋਰਸ ਦੇ ਵਿੱਚ ਭੇਜ ਦਿਓ। ਇਸ ਦੇ ਨਾਲ ਕਿ ਉਹਨਾਂ ਨੂੰ ਜਿਹੜਾ ਬਹੁਤ ਘਾਟਾ ਹੁੰਦਾ, ਉਹ ਕੀ ਹੁੰਦਾ ਕਿ ਏਜੰਟ ਆਪਣੀ ਮਰਜ਼ੀ ਦੇ ਨਾਲ ਜਾਂ ਜਿੱਥੇ ਉਸ ਨੂੰ ਜ਼ਿਆਦਾ ਬੈਨੀਫਿਟ ਦਿਸਦਾ ਉਹਨੂੰ ਉੱਥੇ ਭੇਜ ਦਿੰਦਾ। ਇੱਕ ਤਾਂ ਸਵਾਲ ਇਹ ਹੈ ਜੀ ਸਾਡਾ ਜੀ। ਦੂਸਰਾ ਸਵਾਲ ਇੱਕ ਹੋਰ ਅਹਿਮ ਸਵਾਲ ਆ, ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਪਿੱਛੇ ਜੇ ਆਪਾਂ ਨੇ ਜਿਸ ਤਰ੍ਹਾਂ ਸੁਣਿਆ ਕਿ ਆਪਣੇ ਪੰਜਾਬ ਦਾ ਇੱਕ ਏਜੰਟ ਸੀ ਜਿਸਨੇ ਕਿ 500 ਦੇ ਕਰੀਬ ਸਟੂਡੈਂਟਾਂ ਨੂੰ ਗਲਤ ਆਫਰ ਲੈਟਰ, ਡੁਪਲੀਕੇਟ ਆਫਰ ਲੈਟਰ ਜਿਹੜੀਆਂ ਉਹ ਦਿੱਤੀਆਂ ਤੇ ਉਹਨਾਂ ਨੂੰ ਵੀਜ਼ਾ ਲੱਗ ਕੇ ਤੇ ਉਹ ਚਲੇ ਗਏ ਤੇ ਅੱਜ ਉਹ ਵੱਡੀ ਪ੍ਰੋਬਲਮ ਦੇ ਵਿੱਚ ਆ ਚੁੱਕੇ ਨੇ। ਤੇ ਉਹਨਾਂ ਬੱਚਿਆਂ ਨੂੰ ਜਾਂ ਉਹਨਾਂ ਦੇ ਮਾਪਿਆਂ ਨੂੰ ਤੁਸੀਂ ਕੀ ਕਹੋਗੇ ਵੀ ਸਾਨੂੰ ਕਿਸ ਏਜੰਟ ਕੋਲੇ ਜਾਣਾ ਚਾਹੀਦਾ ਤੇ ਸਾਨੂੰ ਕੀ ਦੇਖਣਾ ਚਾਹੀਦਾ ਤਾਂ ਕਿ ਅਸੀਂ ਇਸ ਤਰ੍ਹਾਂ ਦੇ ਫਰਾਡ ਤੋਂ ਬਚ ਸਕੀਏ? ਅਰੋੜਾ ਸਾਹਿਬ, ਇਹ ਇੰਡਸਟਰੀ ਬਣ ਗਈ ਹੈ ਜਿਸ ਪ੍ਰੋਫੈਸ਼ਨ 'ਚ ਮੈਂ ਕੰਮ ਕਰ ਰਿਹਾ। ਇੰਡਸਟਰੀ ਹੈ, ਇਹਦੇ 'ਚ ਦੋ ਤਰ੍ਹਾਂ ਦੇ ਲੋਕ ਨੇ। ਇੱਕ ਪ੍ਰੋਫੈਸ਼ਨਲ ਲੋਕ ਨੇ ਜਿਹੜੇ ਸਿਰਫ ਐਜੂਕੇਸ਼ਨਿਸਟ ਨੇ, ਉਹਨਾਂ ਦਾ ਪਰਪਸ ਬੱਚੇ ਨੂੰ ਐਜੂਕੇਸ਼ਨ ਸਹੀ ਢੰਗ ਨਾਲ ਕਾਨੂੰਨੀ ਤੌਰ ਤੇ ਦਿਵਾਉਣਾ। ਦੂਜੇ ਬਿਜ਼ਨਸ ਲੋਕ ਹੋ ਗਏ ਨੇ, ਉਹ ਸੋਚਦੇ ਸਾਨੂੰ ਪੈਸੇ ਕਮਾਉਣੇ ਚਾਹੀਦੇ ਨੇ, ਕਿਸ ਤਰੀਕੇ ਨਾਲ। ਪਹਿਲਾਂ ਤਾਂ ਬੱਚੇ ਨੂੰ ਜਦੋਂ ਕਿਸੇ ਕੰਸਲਟੈਂਟ ਦੀ ਚੂਨ ਕਰਦਾ ਵਾ ਤਾਂ ਸੋਚ ਕੇ ਜਾਣਾ ਚਾਹੀਦਾ ਇਹਨਾਂ ਦਾ ਪਿਛਲਾ ਰੈਪੂਟੇਸ਼ਨ ਕਿਸ ਤਰ੍ਹਾਂ ਦਾ, ਇਹਨਾਂ ਨੇ ਜਿਹੜੇ ਬੱਚੇ ਭੇਜੇ ਨੇ ਉਹ ਕਿਸ ਤਰੀਕੇ ਨਾਲ ਭੇਜੇ ਨੇ। ਦੂਸਰੀ ਗੱਲ, ਬੱਚਿਆਂ ਨੂੰ ਤੇ ਪੇਰੈਂਟਸ ਨੂੰ ਤੁਹਾਨੂੰ ਕਦੇ ਵੀ ਸ਼ਾਰਟਕਟ ਨਹੀਂ ਖੇਲਣਾ ਚਾਹੀਦਾ। ਕਈ ਵਾਰੀ ਕੀ ਹੁੰਦਾ, ਬੱਚੇ ਦੇ ਨੰਬਰ ਨਹੀਂ ਹੁੰਦੇ, ਨਕਲੀ ਸਰਟੀਫਿਕੇਟ ਬਣਾ ਕੇ ਆ ਜਾਂਦੇ ਨੇ। ਬੱਚੇ ਕੋਲ ਫੰਡ ਨਹੀਂ ਹੁੰਦੇ, ਨਕਲੀ ਫੰਡ ਲੈ ਕੇ ਆ ਜਾਂਦੇ ਨੇ। ਬੱਚੇ ਕੋਲ ਆਇਲ ਸਕੋਰ ਨਹੀਂ ਹੁੰਦਾ, ਨਕਲੀ ਸਕੋਰ ਲੈ ਕੇ ਆ ਜਾਂਦੇ ਨੇ। ਇਹ ਤੁਸੀਂ ਅੱਜ ਚਲੇ ਵੀ ਜਾਓ, 2 ਨਹੀਂ 4 ਨਹੀਂ 5 ਸਾਲ ਵਾਸਤੇ ਤੁਹਾਡੇ ਵਾਸਤੇ ਨੁਕਸਾਨਦੇਹ ਹੋਊਗਾ। ਮੇਰਾ ਆਪਣਾ ਇਹ ਐਕਸਪੀਰੀਅੰਸ ਹੈ। ਬਹੁਤ ਲੋਕਾਂ ਨੂੰ ਮੈਂ ਦੇਖ ਚੁੱਕਿਆ, ਆਸਟ੍ਰੇਲੀਆ 'ਚੋਂ, ਕੈਨੇਡਾ 'ਚੋਂ, ਸਿਟੀਜ਼ਨ ਹੋਣ ਦੇ ਬਾਵਜੂਦ ਵੀ ਤੁਹਾਡੇ ਡਾਕੂਮੈਂਟ ਨਕਲੀ ਨਿਕਲੇ ਤੇ ਤੁਹਾਨੂੰ ਵਾਪਸ ਭੇਜ ਦਿੱਤਾ ਗਿਆ। ਜਿਹੜੀ ਤੁਸੀਂ ਦੂਸਰੀ ਗੱਲ ਕਹੀ ਹੈ 500-700 ਬੱਚੇ ਵਾਪਸ ਆਉਣ ਦੀ, ਉਹਦੇ ਵਿੱਚ ਪੇਰੈਂਟਸ ਵੀ ਕਿਤੇ ਇਨਵੋਲਵ ਹੋਣਗੇ। ਪੇਰੈਂਟਸ ਨੂੰ ਵੀ ਪਤਾ ਹੋਊਗਾ ਕਿ ਸਾਡੇ ਬੱਚੇ ਦੇ ਨੰਬਰ ਸਹੀ ਨਹੀਂ ਹੈਗੇ, ਇਹਨੂੰ ਗਲਤ ਸਰਟੀਫਿਕੇਟ ਬਣਾ ਕੇ ਭੇਜਿਆ ਜਾ ਰਿਹਾ, ਇਹ ਕਿਸੇ ਨਾ ਕਿਸੇ ਟਾਈਮ ਤੇ ਨੁਕਸਾਨਦੇਹ ਹੋਊਗਾ। ਚੰਗੇ ਕੰਸਲਟੈਂਟ ਦੀ ਸਲਾਹ ਲੈ ਲਓ। ਤੁਹਾਡੇ ਨੰਬਰ ਘੱਟ ਨੇ, ਇਕੱਲੀ ਕੈਨੇਡਾ ਨਹੀਂ, ਆਸਟ੍ਰੇਲੀਆ ਨਹੀਂ, ਨਿਊਜ਼ੀਲੈਂਡ ਨਹੀਂ, ਇੰਗਲੈਂਡ ਨਹੀਂ, ਆਇਰਲੈਂਡ ਨਹੀਂ, ਹੋਰ ਵੀ ਬਹੁਤ ਸਾਰੇ ਕੰਟਰੀ ਨੇ ਜਿਹੜੇ ਤੁਹਾਨੂੰ ਵੀਜ਼ਾ ਦੇਣ ਵਾਸਤੇ ਤਿਆਰ ਨੇ। ਪਰ ਤੁਸੀਂ ਜੇ ਕਾਨੂੰਨੀ ਤੌਰ ਤੇ ਵੀਜ਼ਾ ਲਾਓਗੇ ਫਿਰ ਤੁਹਾਨੂੰ ਕਦੇ ਵੀ ਪ੍ਰੋਬਲਮ ਨਹੀਂ ਆਊਗੀ। ਨਕਲੀ ਕਰੋਗੇ, ਕੁਝ ਵੀ ਡੁਪਲੀਕੇਟ ਕਰੋਗੇ, ਤੁਹਾਨੂੰ ਪ੍ਰੋਬਲਮ ਆ ਸਕਦੀ ਹੈ। ਪੇਰੈਂਟਸ ਨੂੰ, ਬੱਚਿਆਂ ਨੂੰ ਬਚਣਾ ਚਾਹੀਦਾ ਸ਼ਾਰਟਕਟ ਲੈਣ ਤੋਂ, ਨਕਲੀ ਸਰਟੀਫਿਕੇਟ ਬਣਾਉਣ ਤੋਂ, ਨਕਲੀ ਵਿਆਹ ਕਰਾਉਣ ਤੋਂ, ਨਕਲੀ ਫੰਡ ਦਿਖਾਉਣ ਤੋਂ, ਨਕਲੀ ਆਇਲਸ ਦਾ ਸਕੋਰ ਦਿਖਾਉਣ ਤੋਂ। ਜੇ ਤੁਸੀਂ ਸਹੀ ਤਰੀਕੇ ਪੜ੍ਹ ਕੇ ਜਾਓਗੇ, ਕਿਉਂਕਿ ਜਦੋਂ ਕੈਨੇਡਾ 'ਚ ਬੱਚਾ ਜਾਂਦਾ ਉਹਦੀ ਫੀਸ 7-8 ਲੱਖ ਰੁਪਇਆ ਹੁੰਦੀ ਹੈ। ਜੇ ਤੁਸੀਂ ਸਹੀ ਤਰੀਕੇ ਇੰਗਲਿਸ਼ ਨਹੀਂ ਪੜ੍ਹੀ ਹੋਈ, ਆਇਲਸ ਦਾ ਸਕੋਰ ਤੁਹਾਡੇ ਕੋਲ ਸਹੀ ਨਹੀਂ ਹੈ, ਉੱਥੇ ਜਾ ਕੇ ਤੁਸੀਂ ਜਿਹੜੀ ਕਲਾਸ 'ਚ ਬੈਠੋਗੇ ਤੁਹਾਨੂੰ ਪੜ੍ਹਾਈ ਸਮਝ ਨਹੀਂ ਆਊਗੀ। ਜੇ ਤੁਸੀਂ ਇੱਕ ਸਬਜੈਕਟ 'ਚੋਂ ਫੇਲ ਹੋ ਗਏ, $1200 ਤੋਂ $1500 ਤੁਹਾਨੂੰ ਫੀਸ ਐਕਸਟਰਾ ਪੇ ਕਰਨੀ ਪਊਗੀ। ਇਸ ਕਰਕੇ ਪਹਿਲਾਂ ਤੋਂ ਪ੍ਰੋਪਰ ਤਿਆਰੀ ਦੇ ਨਾਲ 8ਵੀਂ 9ਵੀਂ 10ਵੀਂ 'ਚ ਬੱਚਾ ਪੜ੍ਹਦਾ ਹੈਗਾ, ਉਹਨੂੰ ਪ੍ਰੋਪਰ ਤਰੀਕੇ ਤਿਆਰ ਹੋਣਾ ਚਾਹੀਦਾ। ਪੇਰੈਂਟਸ ਨੂੰ ਇਨਕਮ ਟੈਕਸ ਦੀਆਂ ਰਿਟਰਨਸ ਭਰਨੀਆਂ ਚਾਹੀਦੀਆਂ ਨੇ, ਬੈਂਕਾਂ ਦੇ ਵਿੱਚ ਪੈਸੇ ਦੀ ਟ੍ਰਾਂਜੈਕਸ਼ਨ ਕਰਨੀ ਚਾਹੀਦੀ ਹੈ।
ਕਿਸੇ ਚੰਗੇ ਕੰਸਲਟੈਂਟ ਨੂੰ ਮਿਲਣਾ ਚਾਹੀਦਾ ਹੈਗਾ, ਜਿਹਨੂੰ ਪੈਸੇ ਦਾ ਲਾਲਚ ਨਾ ਹੋਵੇ, ਜਿਹੜਾ ਇਹ ਸੋਚਦਾ ਕਿ ਤੁਹਾਡਾ ਭਵਿੱਖ ਕਿੱਦਾਂ ਬਣਾਇਆ ਜਾ ਸਕਦਾ। ਜਿਸ ਤਰ੍ਹਾਂ ਤੁਸੀਂ ਸੁਣਿਆ, ਇਹਨਾਂ ਨੇ ਬਹੁਤ ਹੀ ਵਧੀਆ ਗੱਲ ਕਹੀ ਕਿ ਜਦੋਂ ਤੁਸੀਂ ਬੱਚੇ ਨੂੰ ਆਪਣੇ ਨੂੰ ਭੇਜਣਾ ਤਾਂ 2 ਸਾਲ ਪਹਿਲਾਂ ਹੀ ਇਹ ਤਿਆਰੀਆਂ ਕਰਨੀਆਂ ਚਾਹੀਦੀਆਂ ਨੇ। ਚੰਗੇ ਕੰਸਲਟੈਂਟ ਦੀ ਚੋਣ ਕਰਨੀ ਚਾਹੀਦੀ ਆ ਤਾਂ ਜੋ ਤੁਸੀਂ ਇਹਨਾਂ ਸਾਰੀਆਂ ਮੁਸੀਬਤਾਂ ਤੋਂ ਬਚ ਸਕੋ। ਹੁਣ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਚੰਗੇ ਕੰਸਲਟੈਂਟ ਦੀ ਚੋਣ ਕਿਸ ਤਰ੍ਹਾਂ ਕੀਤੀ ਜਾਵੇ? ਆਪਾਂ ਨੂੰ ਕਿਸ ਤਰ੍ਹਾਂ ਪਤਾ ਲੱਗੂਗਾ? ਆਮ ਬੰਦੇ ਨੂੰ ਤਾਂ ਨਹੀਂ ਪਤਾ ਹੁੰਦਾ ਨਾ ਜੀ ਕੰਸਲਟੈਂਟ ਕੌਣ ਵਧੀਆ, ਕਿਸ ਤਰ੍ਹਾਂ ਚੁਣਿਆ ਜਾਵੇ ਕੰਸਲਟੈਂਟ? ਮੇਰਾ ਜਿਹੜਾ ਆਪਣਾ ਤਜਰਬਾ ਹੈ, ਤੁਸੀਂ ਕੋਈ ਮਾਰਕੀਟ 'ਚੋਂ ਚੀਜ਼ ਖਰੀਦਣਾ ਚਾਹੁੰਦੇ ਹੋ, ਤੁਸੀਂ 1 ਜਗ੍ਹਾ 2 ਜਗ੍ਹਾ 3 ਜਗ੍ਹਾ ਟਰਾਈ ਕਰਦੇ ਹੋ, ਔਰ ਜਿੱਥੇ ਤੁਹਾਨੂੰ ਉਹਦੇ ਟੈਸਟੀਮੋਨੀਅਲ ਮਿਲ ਜਾਂਦੇ ਨੇ, ਫਲਾਣਾ ਕਹਿੰਦਾ ਯਾਰ ਇਹ ਬੰਦਾ ਠੀਕ ਹੈਗਾ, ਇਹਨੇ ਮੇਰਾ ਮੁੰਡਾ ਭੇਜਿਆ ਸੀ, ਮੈਂ ਇਸ ਤੇ ਕੈਪੈਸਿਟੀ ਤੇ, ਫਿਰ ਉਹਦਾ ਬੈਕਗਰਾਉਂਡ ਚੈੱਕ ਕਰ ਲਓ ਕਿ ਉਹਦੇ ਨਾਲ ਕੋਈ ਪ੍ਰੋਬਲਮ ਤਾਂ ਨਹੀਂ ਕਿਤੇ ਹੈਗੀ ਹੈ ਕਿ ਤੁਹਾਡੇ। ਹਾਂ, ਦੂਜੀ ਗੱਲ ਇੱਕ ਹੋਰ ਕਰਨੀ ਚਾਹਾਂਗਾ ਇੱਥੇ, ਬਹੁਤ ਸਾਰੇ ਬੱਚੇ ਜਿਹੜੀ ਟਿਊਸ਼ਨ ਫੀਸ ਹੈ ਉਹ ਕੈਸ਼ ਦੇ ਦਿੰਦੇ ਨੇ ਜਾਂ ਕੰਸਲਟੈਂਟ ਦੇ ਅਕਾਊਂਟ ਵਿੱਚ ਦੇ ਦਿੰਦੇ ਨੇ, ਉਹਨੂੰ ਰੋਕਣਾ ਚਾਹੀਦਾ। ਤੁਹਾਡੀ ਟਿਊਸ਼ਨ ਫੀਸ ਤੁਹਾਡੇ ਕਾਲਜ ਦੇ ਖਾਤੇ ਜਾਣੀ ਚਾਹੀਦੀ ਹੈ, ਤੁਹਾਡਾ GIC ਦਾ ਪੈਸਾ ਤੁਹਾਡੇ ਅਕਾਊਂਟ 'ਚ ਤੁਹਾਡੇ ਬੈਂਕ 'ਚੋਂ ਟ੍ਰਾਂਸਫਰ ਹੋ ਕੇ ਜਾਣਾ ਚਾਹੀਦਾ। ਖੁਦਾ ਨਾ ਖਾਸਾ ਤੁਹਾਡਾ ਵੀਜ਼ਾ ਰਿਫਿਊਜ਼ ਹੋਵੇ, ਤੁਹਾਡੇ ਕੋਲੇ ਵਾਪਸ ਆਣੇ ਚਾਹੀਦੇ ਨੇ। ਇੱਕ ਨਵਾਂ ਰਿਵਾਜ ਚੱਲ ਪਿਆ ਜੀ, ਪੈਕੇਜ ਕਰਨਾ ਸ਼ੁਰੂ ਕਰ ਦਿਓ। ਜੇ ਕਿਸੇ ਨੇ ਪੈਕੇਜ ਕਰਨਾ, ਉਹਨੂੰ ਜੇ 5-7 ਲੱਖ ਰੁਪਇਆ ਜ਼ਿਆਦਾ ਬਚਦਾ ਤਾਂ ਹੀ ਉਹ ਕਰੂਗਾ। ਇਹਦੇ ਵਾਸਤੇ ਤੁਹਾਡੇ ਕੋਲ ਜੇ ਪੈਸੇ ਨਹੀਂ ਹੈਗੇ ਨੇ, ਅਸੀਂ ਕਈ ਬੈਂਕ ਨਾਲ ਕੰਮ ਕਰਦੇ ਹਾਂ, ਬੈਂਕਾਂ ਨੇ ਐਜੂਕੇਸ਼ਨ ਲੋਨ ਦੇਣਾ ਸ਼ੁਰੂ ਕਰਤਾ, ਜਿਹਦਾ ਇੰਟਰਸਟ ਰੇਟ ਵੀ ਬੜਾ ਘੱਟ ਹੈਗਾ ਵਾ, ਤਾਂ ਕਿ ਤੁਸੀਂ ਪੈਕੇਜ ਤੋਂ ਬਚ ਸਕੋ। ਤੇ ਇਹ ਕੰਸਲਟੈਂਟ ਨੂੰ ਚੂਜ਼ ਕਰਨ ਵਾਸਤੇ ਦੇਖਣਾ ਪਊਗਾ। ਅਸੀਂ ਵੀ 26-27 ਸਾਲ ਇਸੇ ਇੰਡਸਟਰੀ 'ਚ ਕੱਢ ਦਿੱਤੇ ਨੇ, ਹੋਰ ਵੀ ਬਹੁਤ ਸਾਰੇ ਲੋਕ ਇਹਦੇ 'ਚ ਬਹੁਤ ਚੰਗਾ ਕੰਮ ਕਰਦੇ ਨੇ, ਪਰ ਦੇਖਣਾ ਪਊ ਕਿ ਜਿਹੜਾ ਸਾਹਮਣੇ ਤੁਹਾਡੇ ਬੈਠਾ, ਜੇ ਤੁਹਾਨੂੰ ਜ਼ਿਆਦਾ ਨਹੀਂ ਪਤਾ ਤਾਂ ਉਹਦੀ ਬਾਡੀ ਲੈਂਗੁਏਜ ਤੋਂ ਸਮਝ ਆ ਜਾਊਗੀ ਕਿ ਪੈਸੇ ਲੈਣ ਵਾਲਾ ਹੈਗਾ ਕਿ ਮੇਰਾ ਕੁਝ ਕੰਮ ਕਰਨ ਵਾਲਾ ਹੈਗਾ। ਤੁਹਾਡੇ ਹੱਥ 'ਚ ਆਫਰ ਲੈਟਰ ਆਣੀ ਚਾਹੀਦੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿਹੜਾ ਕਾਲਜ ਹੈ। ਹੁਣ ਨੈਟ ਤੇ ਇੰਨੀ ਸਰਚ ਹੈਗੀ ਹੈ, ਉਹ ਕਰ ਲੈਣੀ ਚਾਹੀਦੀ ਹੈ। ਆਪਣੇ ਦੋਸਤਾਂ ਮਿੱਤਰਾਂ ਨੂੰ ਪੁੱਛਣਾ ਚਾਹੀਦਾ, ਕੋਈ ਰੈਫਰੈਂਸ ਦੇਖਣੇ ਚਾਹੀਦੇ ਨੇ, ਫਿਰ ਚੰਗੇ ਕੰਸਲਟੈਂਟ ਦੀ ਚੋਇਸ ਆਪਣੇ ਆਪ ਹੀ ਹੋ ਜਾਂਦੀ ਹੈ। ਸਰ, ਆਫਰ ਲੈਟਰ ਦਾ ਹੀ ਸਵਾਲ ਆ। ਆਫਰ ਲੈਟਰ ਹੀ ਨਕਲੀ ਦਿੱਤੀਆਂ ਗਈਆਂ ਸੀ ਉਸ ਏਜੰਟ ਵੱਲੋਂ, ਜਿਹਦਾ ਅੱਜ ਤੱਕ ਉਹ ਖਾਮਖਿਆਲ ਜਿਹੜਾ ਭੁਗਤ ਰਹੇ ਨੇ ਸਟੂਡੈਂਟ। ਆਫਰ ਲੈਟਰ ਨੂੰ ਹੀ ਕਿਸ ਤਰ੍ਹਾਂ ਚੈੱਕ ਕੀਤਾ ਜਾਵੇ ਕਿ ਅਸਲੀ ਹੈ ਜਾਂ ਨਕਲੀ? ਹਰੇਕ ਕਾਲਜ ਦੀ ਵੈਬਸਾਈਟ ਹੈ, ਇੰਟਰਨੈਟ ਦੇ ਉੱਤੇ ਹੈਗਾ। ਤੁਸੀਂ ਇੱਕ ਏਜੰਟ ਤੋਂ ਆਫਰ ਲੈਟਰ ਲਈਏ ਤਾਂ ਦੂਸਰੇ ਜਾਂ ਤੀਸਰੇ ਜਾ ਕੇ ਪੁੱਛ ਲਓ ਵੀ ਇਹ ਸਹੀ ਹੈ ਕਿ ਨਹੀਂ ਸਹੀ ਹੈਗੀ। ਜੇ ਤੁਸੀਂ ਸਹੀ ਆਫਰ ਲੈਟਰ ਹੈਗੀ ਹੈ, ਫਿਰ ਕੰਸਲਟੈਂਟ ਤੁਹਾਡੀ ਫੀਸ ਕਾਲਜ ਦੇ ਖਾਤੇ 'ਚ ਪਾਊਗਾ। ਜੇ ਨਕਲੀ ਹੈ ਫਿਰ ਉਹ ਆਪਣੇ ਖਾਤੇ 'ਚ ਪਾਊਗਾ। ਇਹਦਾ ਸੌਖਾ ਜਿਹਾ ਹੀ ਕੰਮ ਹੈਗਾ ਵਾ। ਬਹੁਤ ਹੀ ਵਧੀਆ ਗੱਲ ਇਹਨਾਂ ਨੇ ਦੱਸੀ। ਤੁਸੀਂ ਇਸ ਚੀਜ਼ ਦਾ ਖਾਸ ਖਿਆਲ ਰੱਖਣਾ, ਇੱਕ ਤਾਂ ਆਪਣੀ ਜਿਹੜੇ ਡਾਕੂਮੈਂਟ ਨੇ ਉਹ ਚੈੱਕ ਕਰਵਾਉਣੇ ਨੇ ਜਦੋਂ ਤੁਹਾਨੂੰ ਮਿਲ ਜਾਂਦੇ ਨੇ। ਇੱਕ ਤੁਸੀਂ ਜਿਹੜੀ ਆਪਣੀ ਪੇਮੈਂਟ ਆ ਤੁਸੀਂ ਆਪਣੇ ਅਕਾਊਂਟ 'ਚੋਂ ਟ੍ਰਾਂਸਫਰ ਕਰਨੀ ਆ ਸਿੱਧੀ ਡਾਇਰੈਕਟ ਕਾਲਜ ਨੂੰ, ਕਿਸੇ ਨੂੰ ਕੈਸ਼ ਨਹੀਂ ਦੇਣੀ। ਇੰਡੀਆ ਦੇ ਵਿੱਚ ਕਿਸੇ ਦੇ ਅਕਾਊਂਟ ਦੇ ਵਿੱਚ ਨਹੀਂ ਪਾਉਣੀ। ਇਹ ਇਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਆ। ਜੇ ਖੁਦਾ ਨਾ ਖਾਸਤਾ ਤੁਹਾਡਾ ਵੀਜ਼ਾ ਰਿਫਿਊਜ਼ ਹੋ ਵੀ ਜਾਂਦਾ, ਵੀਜ਼ਾ ਨਹੀਂ ਲੱਗਦਾ, ਤਾਂ ਤੁਹਾਡੀ ਜਿਹੜੀ ਪੇਮੈਂਟ ਆ ਉਹ ਨਹੀਂ ਮਰੂਗੀ। ਇਹਨਾਂ ਨੇ ਬਹੁਤ ਵਧੀਆ ਗੱਲ ਕਹੀ ਆ। ਅੰਤ ਵਿੱਚ ਅਸੀਂ ਇਹਨਾਂ ਨੂੰ ਕਹਾਂਗੇ ਕਿ ਜਿਹੜੇ ਬੱਚੇ ਨੇ, ਉਹਨਾਂ ਦੇ ਮਾਂ-ਬਾਪ ਨੇ ਜਿਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਭੇਜਣਾ, ਉਹਨਾਂ ਨੂੰ ਇਹ ਕੀ ਸਲਾਹ ਦੇਣਗੇ ਐਂਡ ਦੇ ਉੱਤੇ, ਕੀ ਕਹਿਣਾ ਚਾਹਣਗੇ ਖਾਸ। ਤੇ ਜੇ ਤੁਸੀਂ ਵੀ ਇਹਨਾਂ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਇਹਨਾਂ ਦੇ ਆਫਿਸ ਨੇ ਜਲੰਧਰ, ਬਠਿੰਡਾ, ਲੁਧਿਆਣਾ, ਚੰਡੀਗੜ੍ਹ, ਅਹਿਮਦਗੜ੍ਹ, ਤੇ ਇਹਨਾਂ ਦੇ ਆਫਿਸ ਨੇ। ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦੇ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਚੱਲ ਰਹੇ ਨੇ। ਪਿਛਲੇ 27 ਸਾਲ ਤੋਂ ਲਗਾਤਾਰ ਇਹ ਇਮੀਗ੍ਰੇਸ਼ਨ ਦੇ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੇ ਹਜ਼ਾਰਾਂ ਲੱਖਾਂ ਵਿਦਿਆਰਥੀਆਂ ਨੂੰ, ਵਿਜ਼ਟਰ ਵੀਜ਼ੇ ਵਾਲਿਆਂ ਨੂੰ, ਸੁਪਰ ਵੀਜ਼ੇ ਵਾਲਿਆਂ ਨੂੰ ਇਹ ਵਿਦੇਸ਼ਾਂ ਦੇ ਵਿੱਚ ਆਪਣੀ ਮੰਜ਼ਿਲ ਤੇ ਪਹੁੰਚਾ ਚੁੱਕੀਆਂ ਨੇ। ਅੰਤ ਵਿੱਚ ਅਸੀਂ ਇਹਨਾਂ ਨਾਲ ਸਿਰਫ ਇਹ ਕਹਾਂਗੇ ਕਿ ਕੀ ਕਹਿਣਾ ਚਾਹਣਗੇ ਖਾਸ ਹੈ, ਕੀ ਸੰਦੇਸ਼ ਹੈ ਤੁਹਾਡਾ? ਫੋਰਨ ਐਜੂਕੇਸ਼ਨ ਸਿਸਟਮ ਬਹੁਤ ਹੀ ਵਧੀਆ, ਲੀਗਲ ਟਰਾਂਸਪੇਰੈਂਟ ਸਿਸਟਮ ਹੈਗਾ ਵਾ, ਪਰ ਤੁਸੀਂ ਚੂਜ਼ ਕਰਨ ਲੱਗਿਆ ਕਿੱਥੇ ਜਾਣ ਲੱਗੇ ਹੋ, ਕਿਉਂਕਿ ਤੁਸੀਂ ਕੋਈ ਸਮਾਨ ਨਹੀਂ ਖਰੀਦਣਾ, ਤੁਸੀਂ ਆਪਣੇ ਬੱਚੇ ਦਾ ਭਵਿੱਖ ਕਿਸੇ ਦੇ ਹੱਥਾਂ 'ਚ ਦੇਣ ਜਾ ਰਹੇ ਹੋ। ਉਹਦੇ ਵਾਸਤੇ ਸੋਚ ਲੈਣਾ ਚਾਹੀਦਾ ਹੈਗਾ ਵਾ। ਇੰਡੀਆ ਦੇ ਵਿੱਚ ਜਦੋਂ ਅਸੀਂ ਬੱਚੇ ਨੂੰ ਪੜ੍ਹਾਉਂਦੇ ਹਾਂ ਤਾਂ ਬਹੁਤ ਚੰਗੇ ਚੰਗੇ ਕਾਲਜ, ਸਕੂਲ ਦੀ ਚੂਜ਼ ਕਰਦੇ ਹਾਂ, ਤੇ ਜੇ ਫੋਰਨ ਪੜ੍ਹਾਉਣਾ ਤਾਂ ਵੀ ਤੁਹਾਨੂੰ ਚੰਗੀ ਯੂਨੀਵਰਸਿਟੀ, ਚੰਗਾ ਕਾਲਜ ਤੇ ਚੰਗਾ ਸਕੂਲ ਚੂਜ਼ ਕਰਨਾ ਚਾਹੀਦਾ ਹੈਗਾ ਵਾ। ਔਰ ਤੁਹਾਡੀ ਮੈਂ ਇੱਕ ਗੱਲ ਹੋਰ ਵੀ ਕਰਦਾ, ਮੈਂ ਥੋੜਾ ਅਧਿਆਤਮਵਾਦ ਵੀ ਹੈਗਾ, ਤੁਹਾਨੂੰ ਆਤਮਾ ਤੋਂ ਆਵਾਜ਼ ਆ ਜਾਊਗੀ ਸਾਹਮਣੇ ਬੰਦਾ ਬੈਠਾ ਮੇਰਾ ਕੰਮ ਕਰਾ ਸਕਦਾ ਨਹੀਂ ਕਰਾ ਸਕਦਾ। ਇਹ ਜ਼ਰੂਰੀ ਨਹੀਂ ਕਿ ਇੱਕੋ ਵਾਰ ਵੀਜ਼ਾ ਲੱਗ ਜਾਵੇ, ਔਰ ਜੇ ਵੀਜ਼ਾ ਰਿਫਿਊਜ਼ ਹੋ ਜਾਵੇ ਤਾਂ ਦੁਨੀਆ ਖਤਮ ਨਹੀਂ ਹੁੰਦੀ ਹੈ। 2 ਵਾਰ 3 ਵਾਰ 4 ਵਾਰ 6 ਵਾਰ ਰਿਫਿਊਜ਼ ਹੋਇਆ ਵੀਜ਼ਾ ਕਰਾਉਣ ਵਿੱਚ ਵੀ BN ਓਵਰਸੀਜ਼ ਦੀ ਟੀਮ ਕਾਮਯਾਬ ਹੋਈ ਹੈ। ਅਸੀਂ ਇੰਡੀਆ 'ਚ ਵੀ ਆਪਰੇਟ ਕਰ ਰਹੇ ਹਾਂ, ਕੈਨੇਡਾ ਦੇ ਵਿੱਚ ਵੀ ਆਪਰੇਟ ਕਰ ਰਹੇ ਹਾਂ, ਬਾਕੀ ਕੰਟਰੀ ਦੇ ਵਿੱਚ ਵੀ ਆਪਰੇਟ ਕਰ ਰਹੇ ਹਾਂ। ਦੂਸਰਾ, ਜਦੋਂ ਬੱਚੇ ਨੂੰ ਤੁਸੀਂ ਭੇਜਣਾ
ਤੇ ਤੁਹਾਨੂੰ ਇਹ ਹੁੰਦਾ ਕਿ ਤੁਹਾਡੇ ਬੱਚੇ ਨੂੰ ਪਿਕ ਕਰਨ ਵਾਸਤੇ ਕੌਣ ਆਏਗਾ, ਤੁਹਾਨੂੰ ਅਕੋਮੋਡੇਸ਼ਨ ਕੌਣ ਦੇਗਾ, ਤੁਹਾਡੇ ਉਹਦੇ ਬੱਚੇ ਦੇ ਕੰਮ ਕਰਨ 'ਚ ਕੌਣ ਹੈਲਪ ਕਰੇਗਾ। 27 ਸਾਲ ਦਾ BN ਓਵਰਸੀਜ਼ ਦਾ ਤਜਰਬਾ, ਐਡਾ ਵੱਡਾ ਨੈਟਵਰਕ ਸਾਡਾ ਹੋ ਗਿਆ। ਜਦੋਂ ਤੁਸੀਂ ਬੱਚੇ ਦੀ ਤੁਹਾਡੇ ਦਾ ਵੀਜ਼ਾ ਲੱਗਦਾ ਹੈ, ਉਹਦੀ ਟਿਕਟ ਬਣਾ ਕੇ ਅਸੀਂ ਆਪਣੇ ਹੀ ਕਿਸੇ ਸਟੂਡੈਂਟ ਨੂੰ ਉੱਥੇ ਕਹਿੰਦੇ ਹਾਂ ਕਿ ਇਹ ਬੱਚੇ ਨੂੰ ਪਿਕ ਕਰ ਲਈ, ਉਹ ਬੱਚੇ ਨੂੰ ਪਿਕ ਵੀ ਕਰਦਾ, ਉਹਨੂੰ ਖਾਣਾ ਵੀ ਦਿੰਦਾ, ਹਫਤਾ 10 ਦਿਨ ਆਪਣੇ ਕੋਲ ਰੱਖਦਾ ਵੀ ਹੈਗਾ, ਉਹਨੂੰ ਕੰਮ ਤੇ ਵੀ ਲਵਾਉਂਦਾ ਹੈਗਾ। ਇਹ ਸਾਡੇ ਵੱਲੋਂ ਸਿਕਿਉਰਿਟੀ ਦਿੱਤੀ ਜਾਂਦੀ ਹੈ, ਸਾਡੇ ਵੱਲੋਂ ਅਸ਼ੋਰਟੀ ਦਿੱਤੀ ਜਾਂਦੀ ਹੈ। ਔਰ ਫਿਰ ਦੁਬਾਰਾ ਗੱਲ ਕਰਾਂਗਾ, ਹਲੇ ਬਹੁਤ ਲੰਬੀ ਦੌੜ ਤੁਸੀਂ ਜਾ ਸਕਦੇ ਹੋ ਔਰ ਤੁਹਾਡਾ ਭਵਿੱਖ ਬਹੁਤ ਅੱਛਾ ਹੋ ਸਕਦਾ। ਬਸ ਭਵਿੱਖ ਕਿਹਦੇ ਹੱਥ ਦੇਣਾ ਇਹ ਤੁਹਾਡੀ ਮਰਜ਼ੀ ਹੈ। ਜਿਸ ਤਰ੍ਹਾਂ ਤੁਸੀਂ ਸੁਣਿਆ, ਇਹਨਾਂ ਨੇ ਬਹੁਤ ਹੀ ਵਧੀਆ ਮਤਲਬ ਤਰੀਕੇ ਦੇ ਨਾਲ ਸਾਰੀਆਂ ਗੱਲਾਂ ਸਮਝਾਈਆਂ। ਉਮੀਦ ਹੈ ਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਸਮਝ ਲਿਆ ਹੋਵੇਗਾ, ਤੇ ਜੇ ਤੁਸੀਂ ਵੀ ਇਹਨਾਂ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਅਹਿਮਦਗੜ੍ਹ ਦੇ ਵਿੱਚ ਵੀ ਇਹਨਾਂ ਦਾ ਤੁਹਾਡੇ ਸ਼ਹਿਰ ਦੇ ਵਿੱਚ ਦਫ਼ਤਰ ਆ, ਜਿਹੜਾ ਕਿ ਕਿਸੇ ਕਾਰਨਾਂ ਕਰਕੇ ਕੁਝ ਦੇਰ ਤੋਂ ਇਹ ਦਫ਼ਤਰ ਬੰਦ ਹੋ ਗਿਆ ਸੀ। ਕੁਝ ਤਾਂ ਕਰੋਨੇ ਦੀ ਮਾਰ ਪੈ ਗਈ ਸੀ, ਉਸ ਤੋਂ ਬਾਅਦ ਕੁਝ ਘਰੇਲੂ ਕਾਰਨ ਹੋ ਗਏ ਸੀ ਤੇ ਦਫ਼ਤਰ ਬੰਦ ਹੋ ਗਿਆ ਸੀ, ਤੇ ਇਹਨਾਂ ਦਾ ਦਫ਼ਤਰ ਹੁਣ ਇਹ ਮੁੜ ਤੋਂ ਚਾਲੂ ਹੋ ਗਿਆ। ਅੱਜ ਇਹਨਾਂ ਦਾ ਪਹਿਲਾ ਸੈਮੀਨਾਰ ਬੜੀ ਸਫਲਤਾ ਦੇ ਨਾਲ ਲੱਗਿਆ ਅਤੇ ਕਾਫੀ ਵਿਦਿਆਰਥੀਆਂ ਨੇ ਆ ਕੇ ਇੱਥੇ ਇਹਨਾਂ ਨਾਲ ਸਲਾਹ ਮਸ਼ਵਰਾ ਕੀਤਾ। ਇਹਨਾਂ ਨੇ ਇੱਥੇ ਵਧੀਆ ਜਿਹੜਾ ਸਟਾਫ ਆ ਉਹ ਰਿਪੋਰਟ ਕੀਤਾ ਹੈਗਾ। ਇੱਥੇ ਆ ਕੇ ਇਹਨਾਂ ਦੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਹੋ। ਧੰਨਵਾਦ।